ਵਾਹਿਗੁਰੂ। ਟੋਡੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਜਿਸ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਵਿਆਪੇ ਜਾਕੋ ਊਟ ਤੁਹਾਰੀ। ਇਹ ਰਹਾਉ ਵਾਲਾ ਪਦਾ ਹੈ, ਦੋ ਪਦਿਆਂ ਵਾਲਾ ਇਹ ਸ਼ਬਦ ਹੈ। ਤੇ ਸਤਿਗੁਰੂ ਜੀ ਆਰੰਭਤਾ ਵਿੱਚ ਹੀ ਰਹਾਉ ਵਾਲੇ ਪਦੇ ਅੰਦਰ, ਕਿਉਂਕਿ ਰਹਾਉ ਵਾਲਾ ਜਿਹੜਾ ਪਦਾ ਹੈ ਨਾ, ਇਹ ਕੇਂਦਰੀ ਭਾਵ ਹੈ ਸ਼ਬਦ ਦਾ। ਤੇ ਗੁਰੂ ਸਾਹਿਬ ਆਖ ਰਹੇ ਨੇ ਪ੍ਰਮਾਤਮਾ ਦੇ ਨਾਮ ਤੋਂ ਬਗੈਰ, ਪ੍ਰਮਾਤਮਾ ਤੋਂ ਬਗੈਰ ਸਦਾ ਹੀ ਮਨੁੱਖ ਖੁਆਰ ਹੁੰਦਾ। ਹਰ ਬਿਸਰਤ ਸਦਾ ਖੁਆਰੀ। ਜਦੋਂ ਵਿਸਰ ਜਾਂਦਾ ਹੈ ਨਾ ਪਰਮਾਤਮਾ ਵਾਹਿਗੁਰੂ, ਤੇ ਫਿਰ ਮਨੁੱਖ ਖੁਆਰ ਹੁੰਦਾ, ਠੇਡੇ ਖਾਂਦਾ, ਦੌੜਾ ਫਿਰਦਾ। ਤੇ ਨਾਲ ਹੀ ਅੱਗੇ ਗੱਲ ਕੀਤੀ ਹੈ ਕਿ ਜਿਹੜਾ ਮਨੁੱਖ ਉਹਦੀ ਨਾਮ ਦੇ ਸਿਮਰਨ ਰਾਹੀਂ ਉਹਦੀ ਬੰਦਗੀ ਦੇ ਵਿੱਚ ਜੁੜ ਜਾਂਦਾ ਨਾ, ਉਹਨੂੰ ਕਦੇ ਧੋਖਾ ਨਹੀਂ ਮਿਲਦਾ। ਤਾਕੋ ਧੋਖਾ ਕਹਾ ਵਿਆਪੈ ਜਾਕੋ ਊਟ ਤੁਹਾਰੀ। ਜਿਹਨੂੰ ਉਹਦਾ ਆਸਰਾ, ਜਿਹਨੂੰ ਉਹਦਾ ਸਹਾਰਾ ਮਿਲ ਜਾਵੇ, ਊਟ, ਜਿਹਨੂੰ ਪ੍ਰਮਾਤਮਾ ਦੀ ਊਟ ਭਾਵ ਆਸਰਾ ਮਿਲ ਜਾਵੇ ਨਾ, ਜਿਹਨੂੰ ਉਹਦਾ ਸਹਾਰਾ ਹੋ ਜਾਵੇ, ਫਿਰ ਉਹ ਕਦੇ ਧੋਖਾ ਨਹੀਂ ਖਾਂਦਾ। ਧੋਖਾ ਕੌਣ ਖਾਂਦਾ ਹੈ? ਜਿਹੜਾ ਉਹਨੂੰ ਵਿਸਾਰ ਦਿੰਦਾ। ਸਾਡਾ ਇਤਿਹਾਸ ਹੈ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਪਰ ਉਪਕਾਰੀ। ਇੱਕ ਦਿਨ ਕੀ ਦੇਖਦੇ ਨੇ, ਇੱਕ ਛੋਟਾ ਜਿਹਾ ਬਾਲਕ ਜਿਹਦੇ ਸਿਰ ਉੱਤੇ ਕਿਸੇ ਦਾ ਸਾਇਆ ਨਹੀਂ। ਮੇਰੇ ਪਾਤਸ਼ਾਹ ਜੀ ਨੇ ਉਸ ਛੋਟੇ ਜਿਹੇ ਬਾਲਕ ਨੂੰ ਆਪਣੇ ਨਾਲ ਲਿਆ। ਜਦੋਂ ਲੈ ਕੇ ਆਏ ਤੇ ਉਹਨੂੰ ਆਪਣਾ ਪੁੱਤਰ ਬਣਾਇਆ। ਪੁੱਤਰ ਸੇਵਾ ਵੀ ਉਹਦੀ ਰੱਜ ਕੇ ਕੀਤੀ, ਛਕਣ ਛਕਾਉਣ ਵਾਸਤੇ ਉਹਦੀ ਕੋਈ ਕਮੀ ਨਹੀਂ। ਇੱਥੇ ਯਾਦ ਰੱਖਣਾ, ਮੇਰੇ ਪਾਤਸ਼ਾਹ ਜੀ ਨੇ ਜਿੱਥੇ ਸ਼ਬਦ ਸਿਧਾਂਤ ਨੂੰ ਦ੍ਰਿੜ ਕਰਾਇਆ, ਉੱਥੇ ਹੱਥ ਵਿੱਚ ਕਿਰਪਾ ਦੀ ਅਣ ਕਿਰਪਾਨ ਵੀ ਪਕੜਾਈ। ਜਿੱਥੇ ਗੁਰਬਾਣੀ ਦਾ ਸਹਾਰਾ ਦੇ ਕੇ ਉਸ ਬਾਲਕ ਨੂੰ ਪਾਲਿਆ ਨਾ, ਉੱਥੇ ਨਾਲ ਨਾਲ ਉਹਨੂੰ ਸ਼ਸਤਰ ਵਿਦਿਆ ਵੀ। ਤੇ ਇਤਿਹਾਸ ਇਹ ਲਿਖਦਾ ਹੈ ਕਿ ਇੰਨਾ ਤਾਕਤਵਰ ਉਹ ਹੋ ਗਿਆ ਬਾਲਕ, ਇੰਨਾ ਤਾਕਤਵਰ ਕਿ ਜਦੋਂ ਸਾਹਮਣੇ ਘੋੜੇ ਉੱਤੇ ਅਸਵਾਰ ਚੜ੍ਹ ਕੇ ਆਉਂਦਾ ਨਾ, ਉਸ ਅਸਵਾਰ, ਘੋੜੇ ਦੇ ਅਸਵਾਰ ਬੈਠੇ ਥਣੇ ਘੋੜੇ ਨੂੰ ਨਾਲ ਹੀ ਚੁੱਕ ਕੇ ਉਲਟਾ ਕਰ ਦਿੰਦਾ ਸੀ, ਉਲਟਿਆਂ ਕਰ ਦਿੰਦਾ ਸੀ, ਪਲਟਾ ਦਿੰਦਾ ਸੀ। ਤੇ ਉਸ ਬਾਲਕ ਦਾ ਨਾਂ ਸੀ ਪੈਂਦੇ ਖਾਂ। ਹਰ ਬਿਸਰਤ ਸਦਾ ਖੁਆਰੀ। ਕੋਈ ਵੀ ਉਸ ਪੈਂਦੇ ਖਾਂ ਦਾ ਮੁਕਾਬਲਾ ਕਰਨ ਵਾਲਾ, ਕੋਈ ਵੀ ਉਹਦਾ ਸਾਹਨੀ ਨਹੀਂ ਪੈਦਾ ਹੋਇਆ। ਇੰਨਾ ਤਾਕਤਵਰ ਸੀ। ਮੇਰੇ ਪਾਤਸ਼ਾਹ ਜੀ ਨੇ ਪੀਪਿਆਂ ਦੇ ਪੀਪੇ ਘਿਓ ਦੇ ਖਵਾਏ ਉਹਨੂੰ, ਦੇਸੀ ਘਿਓ ਖਵਾ ਖਵਾ ਕੇ, ਦੁੱਧ ਪਿਲਾ ਪਿਲਾ ਕੇ ਆਪਣਾ ਪੁੱਤਰ ਜਾਣਿਆ ਸੀ, ਆਪਣੇ ਹੱਥੀਂ ਪਾਲਿਆ। ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਜਦੋਂ ਆਸਰਾ ਗੁਰੂ ਦਾ ਹੁੰਦਾ ਹੈ, ਫਿਰ ਤਾਕਤ ਆ ਹੀ ਜਾਂਦੀ ਹੈ। ਥੋੜਾ ਜਿਹਾ ਮੈਂ ਪਾਸੇ ਨੂੰ ਚੱਲਿਆ, ਧਿਆਨ ਕੇਂਦਰਿਤ ਰੱਖਣਾ। ਗੁਰੂ ਦਾ ਆਸਰਾ ਹੋਵੇ ਤੇ ਭਾਈ ਬਚਿੱਤਰ ਸਿੰਘ ਜੀ ਤਰ੍ਹਾਂ ਕੱਦ ਛੋਟਾ ਏ, ਤੇ ਗੁਰੂ ਨੇ ਕਿਰਪਾ ਕੀਤੀ, ਸਹਾਰਾ ਗੁਰੂ ਦਾ ਲਿਆ, ਤੇ ਨਾਗਣੀ ਲੈ ਕੇ ਜਿਹੜਾ ਸੀ ਉਹ ਲੜਨ ਵਾਸਤੇ, ਹਾਥੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਚੱਲ ਪਿਆ। ਉਹ ਹਾਥੀ ਜਿਹੜਾ ਮਸਤ ਸੀ, ਜਿਹਨੂੰ ਸ਼ਰਾਬ ਦੇ ਪਿਆਲੇ ਪਿਆ ਕੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਭੇਜਿਆ ਸੀ। ਸਹਾਰਾ ਗੁਰੂ ਦਾ, ਓਟ ਗੁਰੂ ਦੀ, ਆਸਰਾ ਗੁਰੂ ਦਾ, ਫਿਰ ਕੋਈ ਦੁੱਖ ਨਹੀਂ, ਫਿਰ ਕੋਈ ਡਰ ਨਹੀਂ। ਹੁਣ ਇੱਥੇ ਪੈਂਦੇ ਖਾਂ ਨੂੰ ਜਦੋਂ ਤੱਕ ਤੇ ਗੁਰੂ ਦਾ ਸਹਾਰਾ, ਜਦੋਂ ਤੱਕ ਤੇ ਗੁਰੂ ਦੀ ਓਟ ਰਹੀ, ਆਸਰਾ ਰਿਹਾ, ਪੈਂਦੇ ਖਾਂ ਕਮਾਲ
ਕੇਵਲ ਤੇ ਕੇਵਲ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੈਂਦੇ ਖਾਂ ਨੂੰ ਹਰਾਉਂਦੇ ਸਨ। ਬਾਕੀ ਕੋਈ ਵੀ ਸਿੱਖਾਂ ਵਿੱਚੋਂ ਵੀ ਤੇ ਕੋਈ ਵੀ ਵਿਰੋਧੀ ਜਿਹੜਾ ਗੁਰੂ ਘਰ ਦੇ ਵਿੱਚ ਵਿਰੋਧਤਾ ਕਰਦਾ ਸੀ, ਜਿਹੜਾ ਚੜ੍ਹ ਕੇ ਆਉਂਦਾ ਸੀ, ਉਹ ਵੀ ਪੈਂਦੇ ਖਾਂ ਨੂੰ ਹਰਾ ਨਹੀਂ ਸਕਿਆ। ਪਹਿਲੀ ਜੰਗ ਦੀ ਉਦਾਹਰਣ ਹੈ, ਪੈਂਦੇ ਖਾਂ ਨੇ ਇਉਂ ਵਿਰੋਧੀਆਂ ਦੇ ਧੜ ਸਿਰ ਅਲੱਗ ਕੀਤੇ ਜਿਵੇਂ ਇੱਕ ਸ਼ੇਰ ਜੰਗਲ ਦੇ ਵਿੱਚ ਬਾਹਰ ਨਿਕਲ ਕੇ ਜੰਗਲ ਤੋਂ ਆਣ ਕੇ ਤੇ ਬੱਕਰੀਆਂ ਦੇ ਜਿਹੜੇ ਬੱਕਰੀਆਂ ਚਰਾਉਂਦੇ ਨੇ, ਬੱਕਰੀਆਂ ਦਾ ਜਿਹੜਾ ਸਮੂਹ ਇਕੱਠ ਹੁੰਦਾ, ਉਹਨਾਂ ਨੂੰ ਜਿੱਦਾਂ ਸ਼ੇਰ ਆਣ ਕੇ ਚੀਰਦਾ ਨਾ, ਇਸ ਤਰ੍ਹਾਂ ਉਹ ਪੈਂਦੇ ਖਾਂ ਇਸ ਜੰਗ ਦੇ ਵਿੱਚ ਆਹੂ ਲਾਹੇ ਤੇ ਹਰ ਬਿਸਰਤ ਸਦਾ ਖੁਆਰੀ। ਧਿਆਨ ਦੇਣਾ ਹੁਣ, ਗੁਰੂ ਦਾ ਆਸਰਾ ਸੀ। ਪਹਿਲੀ ਜੰਗ ਦੇ ਵਿੱਚ ਆਹੂ ਲਾ ਛੁੱਟੇ, ਮੌਤ ਦੇ ਘਾਟ ਉਤਾਰ ਦਿੱਤੇ, ਪਰ ਮਨ ਵਿੱਚ ਅਹੰਕਾਰ ਆ ਗਿਆ, ਗੁਰੂ ਭੁੱਲ ਗਿਆ, ਰੱਬ ਦਾ ਨਾਮ ਭੁੱਲ ਗਿਆ। ਅਹੰਕਾਰ ਕਰਨ ਲੱਗਾ, ਜੇ ਕਿਤੇ ਮੈਂ ਨਾ ਹੁੰਦਾ ਤੇ ਅੱਜ ਗੁਰੂ ਇਹ ਜੰਗ ਹਾਰ ਹੀ ਜਾਂਦਾ। ਜੇ ਕਿਤੇ ਮੈਂ ਮੁਗਲ ਹਕੂਮਤ ਦੇ ਅਹਿਲਕਾਰਾਂ ਨੂੰ, ਉਹਨਾਂ ਦੇ ਤੋਪਚੀਆਂ ਨੂੰ, ਉਹਨਾਂ ਦੇ ਜਿਹੜੇ ਜੰਗੇ ਮੈਦਾਨ ਵਿੱਚ ਲੜਨ ਵਾਲੇ ਯੋਧੇ ਨੇ, ਉਹਨਾਂ ਨੂੰ ਨਾ ਮਾਰਦਾ ਤੇ ਅੱਜ ਗੁਰੂ ਹਾਰ ਜਾਂਦਾ। ਮਨ ਵਿੱਚ ਹੰਕਾਰ ਆ ਗਿਆ, ਹਰ ਬਿਸਰਤ ਸਦਾ ਖੁਆਰੀ। ਤੇ ਗੁਰੂ ਸਾਹਿਬ ਨੇ ਫਿਰ ਕਿਰਪਾ ਕੀਤੀ। ਅਗਲੇਰੀਆਂ 2 ਜੰਗਾਂ ਦੇ ਵਿੱਚ ਗੁਰੂ ਨੇ ਬੁਲਾਇਆ ਨਹੀਂ, ਦੋਵੇਂ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇਹਨਾਂ ਹੰਕਾਰ ਵਿਰੋਧੀਆਂ ਨੇ ਆਣ ਕੇ ਇਹਦੇ ਪੈਂਦੇ ਖਾਂ ਦੇ ਕੰਨ ਭਰੇ ਤੇ ਗੁਰੂ ਦੀ ਵਿਰੋਧਤਾ ਕਰਕੇ ਚੜ੍ਹ ਆਇਆ। ਤੇ ਅਖੀਰ ਜਦੋਂ ਗੁਰੂ ਪਾਤਸ਼ਾਹ ਜੀ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਸਤੇ ਆ ਗਿਆ ਨਾ, ਵਿਰੋਧਤਾ ਕਰਕੇ, ਸਾਹਮਣੇ ਨਾਲ ਵਿਰੋਧੀ ਲੈ ਕੇ, ਤੇ ਮਨ ਵਿੱਚ ਸੋਚਦਾ ਅੱਜ ਮੈਂ ਗੁਰੂ ਨੂੰ ਹਰਾ ਕੇ ਜਾਵਾਂਗਾ, ਮੈਨੂੰ ਪਤਾ ਮੈਂ ਕਿਸ ਤਰ੍ਹਾਂ ਹਰਾਉਣਾ, ਮੇਰੇ ਵਰਗਾ ਬਲਵਾਨ ਕੋਈ ਨਹੀਂ। ਇਹ ਪ੍ਰਮਾਤਮਾ ਨੂੰ, ਗੁਰੂ ਨੂੰ ਵਿਸਾਰਨ ਦੀ ਗੱਲ ਹੈ। ਜਦੋਂ ਸਾਹਮਣੇ ਆਮੋ ਸਾਹਮਣੇ ਹੋ ਕੇ ਮੈਦਾਨੇ ਜੰਗ ਵਿੱਚ ਜੂਝਣ ਲੱਗੇ ਤੇ ਆਖਿਆ ਪਾਤਸ਼ਾਹ ਨੇ ਪੈਂਦੇ ਖਾਂ, ਕਿਉਂ ਨਾ ਆਪਾਂ ਹੀ 2-2 ਹੱਥ ਕਰ ਲਈਏ। ਸਾਹਮਣੇ ਖਲੋਤੇ ਹੋਏ ਮੇਰੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਪਹਿਲਾਂ ਵਾਰ ਕਰਨ ਵਾਸਤੇ ਆਖਿਆ, ਤੇ ਅਖੀਰ ਜਦੋਂ 3 ਵਾਰ ਖਾਲੀ ਗਏ ਨਾ, ਤੇ ਅਖੀਰ ਪੈਂਦੇ ਖਾਂ ਨੂੰ ਮੇਰੇ ਪਾਤਸ਼ਾਹ ਜੀ ਨੇ ਮਾਰਿਆ ਨਹੀਂ, ਸਿਖਾਇਆ। ਪੈਂਦੇ ਖਾਂ ਵਾਰ ਇੰਜ ਨਹੀਂ, ਇੰਜ ਕਰੀਦਾ। ਜਦੋਂ ਇਸ ਤਰ੍ਹਾਂ ਤਲਵਾਰ ਚਲਾਈ ਗੁਰੂ ਪਾਤਸ਼ਾਹ ਜੀ ਨੇ, ਤੇ ਉਹ ਜਿਹੜਾ ਉਹਦਾ ਸਿਰ ਸੀ ਨਾ, ਉਹ ਧੜ ਦੇ ਨਾਲੋਂ ਥੋੜ੍ਹਾ ਜਿਹਾ ਅਲੱਗ ਹੋ ਗਿਆ। ਹੁਣ ਸਵਾਸ ਨਿਕਲ ਰਹੇ ਨੇ, ਧਰਤੀ ਤੇ ਡਿੱਗਾ ਹੋਇਆ ਮੇਰੇ ਪਾਤਸ਼ਾਹ ਜੀ ਦੀ ਉਹ ਰਿਹਾ ਨਹੀਂ ਗਿਆ। ਪੁੱਤਾਂ ਵਾਂਗ ਪਾਲਿਆ ਸੀ, ਦੁੱਧ ਪਿਆਇਆ ਸੀ, ਘਿਓ ਖਵਾਇਆ ਸੀ। ਆਪਣੇ ਘੋੜੇ ਤੋਂ ਉਤਰ ਕੇ ਮੇਰੇ ਪਾਤਸ਼ਾਹ ਜੀ ਨੇ ਢਾਲ ਦਾ ਪਰਛਾਵਾਂ ਕੀਤਾ, ਆਪਣੀ ਗੋਦ ਵਿੱਚ ਸੀਸ ਰੱਖਿਆ। ਆਖਣ ਲੱਗੇ ਪੈਂਦੇ ਖਾਂ ਕਲਮਾ ਪੜ੍ਹ ਕੇ ਦੇ, ਨਹੀਂ ਪਾਤਸ਼ਾਹ ਮੇਰਾ ਕਲਮਾ ਹੁਣ ਤੂੰ ਹੀ ਹੈ, ਜਾ ਕੋ ਓਟ ਤੁਹਾਰੀ। ਹੁਣ ਇੱਥੇ ਆਸਰਾ ਮਿਲ ਗਿਆ, ਪਾਤਸ਼ਾਹ ਮੇਰਾ ਕਲਮਾ ਤੂੰ ਹੀ ਹੈ। ਹੁਣ ਮੈਂ ਤੈਨੂੰ ਯਾਦ ਕਰਕੇ ਹੀ, ਕਿਉਂਕਿ ਮੈਂ ਤੇਰੇ ਕੋਲ ਪਲਿਆ ਸਾਂ, ਮੈਂ ਵਿਸਾਰ ਦਿੱਤਾ ਤੈਨੂੰ, ਤੇ ਮੈਂ ਸਦਾ ਠੋਕਰਾਂ ਖਾਧੀਆਂ। ਅੱਜ ਤੇਰੀ ਝੋਲੀ ਵਿੱਚ ਆਇਆ ਸਾਂ, ਲੋਕ ਮੈਨੂੰ ਜਾਣਦੇ ਸਨ, ਅੱਜ ਤੇਰੀ ਝੋਲੀ ਵਿੱਚ ਬੈਠਾ, ਲੋਕ ਮੈਨੂੰ ਜਾਣਨਗੇ। ਪਾਤਸ਼ਾਹ ਰਹਿਮਤ ਕਰ, ਮੈਨੂੰ ਮੁਕਤ ਕਰ ਦੇ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਝੋਲੀ ਵਿੱਚ ਆਪਣੇ ਸਵਾਸ ਜਿਹੜੇ ਸਨ, ਉਹ ਪ੍ਰਾਣ ਜਿਹੜੇ ਸਨ, ਉਹ ਤਿਆਗੇ। ਹੁਣ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰ ਰਹੇ ਨੇ ਕਿ ਭਲਿਆ ਪਰਮਾਤਮਾ ਦੇ ਵਿਛੋੜੇ ਤੋਂ, ਪਰਮਾਤਮਾ ਦੀ ਦੂਰੀ ਤੋਂ, ਜਦੋਂ ਮਨੁੱਖ ਪਰਮਾਤਮਾ ਤੋਂ ਦੂਰ ਹੋ ਜਾਂਦਾ, ਇਹਨੂੰ ਵਿਸਾਰ ਦਿੰਦਾ ਹੈ, ਫਿਰ ਸਦਾ ਉਹ ਖੁਆਰ ਹੁੰਦਾ। ਤੇ ਜੇ ਕਿਤੇ ਉਹਨੂੰ ਆਸਰਾ ਮਿਲ ਜਾਵੇ, ਉਹਦਾ ਸਹਾਰਾ ਮਿਲ ਜਾਵੇ, ਫਿਰ ਉਹ ਕਦੇ ਧੋਖਾ ਨਹੀਂ ਖਾਂਦਾ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਇਹ ਪਰਮਾਤਮਾ ਜਦੋਂ ਤੇਰਾ ਸਹਾਰਾ ਮਿਲ ਜਾਵੇ, ਤੇਰੀ ਓਟ ਮਿਲ ਜਾਵੇ, ਤੇਰਾ ਆਸਰਾ ਮਿਲ ਜਾਵੇ,
ਫਿਰ ਜ਼ਿੰਦਗੀ ਦੇ ਵਿੱਚ ਕਦੇ ਵੀ ਮਨੁੱਖ ਧੋਖਾ ਨਹੀਂ ਖਾਂਦਾ। ਸਤਿਗੁਰੂ ਜੀ ਅਗਲੇਰੀਆਂ ਪੰਕਤੀਆਂ ਅੰਦਰ ਬਖਸ਼ਿਸ਼ ਕਰਦੇ ਹਨ ਜੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਇਹ ਅਗਲਾ ਪਦਾ ਤੇ ਉਸ ਪਦੇ ਦੀ ਪਹਿਲੀ ਪੰਕਤੀ ਹੈ। ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ ਮਨੁੱਖ ਇਉਂ ਉਮਰ ਗਵਾਰਿਆ ਜਿਸ ਤਰ੍ਹਾਂ ਇੱਕ ਸੱਪ ਦਾ ਕਰਮ ਕੀ ਹੈ? ਸਾਰੀ ਜ਼ਿੰਦਗੀ ਉਹ ਜ਼ਹਿਰ ਘੋਲਦਾ, ਜ਼ਹਿਰ ਹੀ ਉਗਲਦਾ ਨਾ। ਜਦੋਂ ਉਹਦੇ ਦੰਦਾਂ ਦੇ ਵਿੱਚ ਜ਼ਹਿਰ ਆ ਜਾਂਦਾ, ਉਹ ਡੰਗ ਮਾਰਦਾ, ਕਦੇ ਲੱਕੜ ਨੂੰ ਮਾਰਦਾ, ਕਦੇ ਉਹ ਮਿੱਟੀ ਵਿੱਚ ਮਾਰਦਾ, ਕਦੇ ਕੋਈ ਇਨਸਾਨ ਸਾਹਮਣੇ ਆ ਜਾਵੇ ਤੇ ਉਹਨੂੰ ਵੀ ਉਹ ਦੰਦ ਲਾ ਦਿੰਦਾ, ਆਪਣਾ ਜ਼ਹਿਰ ਕੱਢਦਾ ਬਾਹਰ। ਕੁਝ ਸਮਾਂ ਬਤੀਤ ਹੁੰਦਾ, ਫਿਰ ਉਹ ਜ਼ਹਿਰ ਉਹਦੇ ਦੰਦਾਂ ਵਿੱਚ ਆ ਜਾਂਦਾ, ਪੈਦਾ ਹੋ ਜਾਂਦਾ। ਇਹ ਉਹਦੀ ਜ਼ਿੰਦਗੀ ਹੈ ਸੱਪ ਦੀ। ਉਦੋਂ ਤੱਕ ਉਹਦੇ ਅੰਦਰੋਂ ਜ਼ਹਿਰ ਖਤਮ ਨਹੀਂ ਹੁੰਦਾ ਜਦੋਂ ਤੱਕ ਸਪੇਰਾ ਸੱਪ ਨੂੰ ਪਕੜ ਕੇ ਉਹਦੇ ਦੰਦਾਂ ਨੂੰ ਕੀਲਦਾ ਨਹੀਂ, ਭਾਵ ਉਹਦੇ ਦੰਦ ਖੱਟੇ ਕਰਦਾ। ਆਪਾਂ ਪੰਜਾਬੀ 'ਚ ਕਹਿੰਦੇ ਆ ਕਿ ਦੰਦ ਖੱਟੇ ਕੀਤੇ ਨੇ ਇਹਦੇ, ਭਾਵ ਉਹਦੇ ਦੰਦਾਂ ਨੂੰ ਉਹ ਕਿਸੇ ਖਾਸ ਤਰੀਕੇ ਦੇ ਨਾਲ ਜਿਹੜਾ ਵਾ ਉਹਦੇ ਦੰਦਾਂ ਦੇ ਅੰਦਰ ਐਸੇ ਤਰੀਕੇ ਦੇ ਨਾਲ ਕਿ ਉਹਨੂੰ ਕੀਲ ਦਿੰਦਾ ਕਿ ਉਹਦੇ ਅੰਦਰ ਜ਼ਹਿਰ ਪੈਦਾ ਨਹੀਂ ਹੁੰਦਾ। ਜਦੋਂ ਤੱਕ ਉਹਦੇ ਅੰਦਰ ਜ਼ਹਿਰ ਹੈ, ਸਾਰੀ ਜ਼ਿੰਦਗੀ ਵੇਖੋ ਸੱਪ ਡਾਂਗੀ ਮਾਰਦਾ ਰਹਿੰਦਾ। ਜਦੋਂ ਸਪੇਰੇ ਦੇ ਕੋਲ ਆ ਜਾਂਦਾ ਨਾ, ਤੇ ਫਿਰ ਉਹ ਸਪੇਰੇ ਦੇ, ਜਿਸ ਤਰ੍ਹਾਂ ਸਪੇਰਾ ਆਖਦਾ ਉਸੇ ਤਰ੍ਹਾਂ ਹੀ ਉਹ ਫਨ ਖਿਲਾਰਦਾ। ਜਿੱਧਰ ਨੂੰ ਉਹ ਬੀਣ ਵਜਾਉਂਦਾ ਉਸੇ ਤਰੀਕੇ ਨਾਲ ਉਹ ਆਪਣੀ ਫਨ ਖਿਲਾਰ ਕੇ ਜਿਹੜਾ ਵਾ ਅੱਗੇ ਪਿੱਛੇ ਹੁੰਦਾ। ਇਹ ਸਰਪ ਦੀ ਜ਼ਿੰਦਗੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਜਦੋਂ ਤੱਕ ਤੇ ਮਨੁੱਖ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਜਿਉਂਦਾ ਨਾ, ਉਦੋਂ ਤੱਕ ਤੇ ਇਹ ਜ਼ਹਿਰ ਘੋਲਦਾ। ਅੰਦਰ ਜ਼ਹਿਰ ਹੀ ਹੈ ਸਾਡੇ, ਹਉਮੈ ਦਾ ਭਰਿਆ ਹੋਇਆ ਮਨੁੱਖ। ਪੰਜੇ ਵਿਕਾਰ ਇਹਦੇ ਅੰਦਰ ਨੇ। ਅਹੰਕਾਰ ਕਰੀ ਫਿਰਦਾ ਕਿ ਇਹ ਮੇਰਾ ਤਨ ਹੈ, ਮੈਂ ਇਹਦੇ ਕਾਰਨ ਜ਼ਿੰਦਗੀ ਜੀ ਰਿਹਾ, ਆ ਮੇਰਾ ਘਰ ਹੈ, ਆ ਮੇਰਾ ਬਾਹਰ ਹੈ, ਆ ਮੇਰੇ ਸੱਜਣ ਨੇ, ਆ ਮੇਰੇ ਮਿੱਤਰ ਨੇ, ਆ ਮੇਰੇ ਦੁਸ਼ਮਣ, ਐਵੇਂ ਆਪਣੇ ਕੋਲੋਂ ਹੀ ਬਣਾਈ ਜਾਂਦਾ। ਕਿਸੇ ਨੂੰ ਨਾਂ ਵੀ ਮਿਲਿਆ ਹੋਵੇ ਨਾ, ਜਿਹਦੇ ਨਾਲ ਵਿਚਾਰ ਨਾ ਮਿਲਦੇ ਉਹਨੂੰ ਵੀ ਆਪਣਾ ਦੁਸ਼ਮਣ ਬਣਾ ਲੈਂਦਾ। ਕਦੇ ਉਹਦੇ ਨਾਲ ਦੋ ਘੜੀਆਂ ਗੱਲ ਨਹੀਂ ਕੀਤੀ ਹੁੰਦੀ, ਫਿਰ ਵੀ ਆਖੀ ਜਾਂਦਾ ਕਿ ਭਾਈ ਇਹ ਮੇਰਾ ਦੁਸ਼ਮਣ ਹੈ, ਇਹਦੇ ਨਾਲ ਮੇਰੇ ਵਿਚਾਰ ਨਹੀਂ ਮਿਲਦੇ, ਇਹ ਮੇਰਾ ਮਿੱਤਰ ਨਹੀਂ ਹੋ ਸਕਦਾ। ਬੜੀਆਂ ਮਨ ਦੇ ਵਿੱਚ ਇਹਦੇ ਫੁਰਨੇ ਆਉਂਦੇ ਨੇ। ਕੋਈ ਆਂਢੀ ਗੁਆਂਢੀ ਵੀ ਕਹਿ ਦੇਵੇ ਕਿਉਂਕਿ ਇਹਦੇ ਅੰਦਰ ਹੰਕਾਰ ਹੈ, ਇਹਦੇ ਅੰਦਰ ਉਹ ਜ਼ਹਿਰ ਜਿਹੜਾ ਹੰਕਾਰ ਦਾ ਉਹ ਉਗਲਦਾ ਪਿਆ। ਲਾਗੋਂ ਦੀ ਇਨਸਾਨ ਲੰਘੇ ਨਾ, ਸੱਪ ਡੰਗ ਮਾਰ ਦਿੰਦਾ, ਉਹਨੂੰ ਡਰ ਹੁੰਦਾ ਸ਼ਾਇਦ ਮੈਨੂੰ ਮਾਰਨ ਵਾਸਤੇ ਆ ਰਿਹਾ। ਤੇ ਇਨਸਾਨ ਹੋ ਸਕੇ ਤੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਖੇਤਾਂ ਵਿੱਚ ਝੋਨੇ ਦੀ ਬਿਜਾਈ ਹੋ ਰਹੀ ਹੈ ਤੇ ਕਿਸਾਨ ਜਿਹੜਾ ਉਹ ਰਸਤੇ ਰਸਤੇ ਜਾ ਰਿਹਾ ਹੋਵੇ ਤੇ ਉਹ ਹੁਮਸ ਦੇ ਨਾਲ ਜਦੋਂ ਇਹ ਬਾਹਰ ਆਉਂਦੇ ਆ ਨਾ, ਗਰਮੀ ਦੇ ਨਾਲ, ਤੇ ਫਿਰ ਇਹ ਸੋਚਦੇ ਸ਼ਾਇਦ ਸਾਨੂੰ ਮਾਰਨ ਵਾਸਤੇ ਆ ਰਿਹਾ ਤੇ ਡੰਗ ਮਾਰ ਦਿੰਦਾ। ਇਹੀ ਹਾਲਾਤ ਇਨਸਾਨ ਦੇ ਨੇ। ਇਹ ਸੋਚਦਾ ਕਿ ਸ਼ਾਇਦ ਮੇਰੀ ਬੁਰਾਈ ਵਾਸਤੇ ਜਿਹੜੇ ਇਨਸਾਨ ਤੁਰੇ ਫਿਰਦੇ ਨੇ। ਅਰਦਾਸ ਕਰਦੇ ਆ ਨਾ, ਕਈ ਵਾਰ ਸਾਡੀ ਅਰਦਾਸ ਇਸ ਤਰ੍ਹਾਂ ਦੀ ਵੀ ਹੋ ਜਾਂਦੀ ਹੈ, ਪਾਤਸ਼ਾਹ ਮੇਰਾ ਕਾਰੋਬਾਰ ਚੰਗਾ ਚੱਲੇ, ਮੇਰੇ ਗੁਆਂਢੀ ਦਾ ਕੱਖ ਨਾ ਰਹੇ। ਗੁਰੂ ਦੇ ਕੋਲ ਨਹੀਂ ਗੱਲ ਬਣੀ, ਫਿਰ ਸਾਧਾਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਆ। ਫਿਰ ਜਾ ਕੇ ਅਰਦਾਸਾਂ ਕਰਦੇ ਆ, ਫਿਰ ਉਹਨਾਂ ਪਖੰਡੀਆਂ ਦੇ ਕੋਲ ਜਿਨ੍ਹਾਂ ਨੇ ਡੇਰੇ ਲਾਏ ਨੇ, ਉਹਨਾਂ ਦੇ ਕੋਲ ਜਾ ਕੇ ਅਸੀਂ ਫਿਰ ਆਪਣੀਆਂ ਮੰਨਤਾਂ ਰੱਖਦੇ ਹਾਂ ਕਿ ਬਾਬਾ ਜੀ ਕਰ ਦਿਓ ਕੋਈ ਪੁੜੀ, ਮੇਰੇ ਗੁਆਂਢੀ ਦਾ ਬੇੜਾ ਹੀ ਗਰਕ ਹੋ ਜੇ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ। ਇਹ ਹੈ ਜ਼ਹਿਰ। ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਲਿਓ ਇਹ ਜ਼ਹਿਰ ਤਾਂ ਖਤਮ ਹੋਣਾ ਜੇ ਸਿਮਰਨ ਕਰੇਗਾ, ਨਹੀਂ ਤੇ ਸਿਮਰਨ ਤੋਂ ਬਗੈਰ ਇਹ ਜ਼ਹਿਰ ਕਦੇ ਖਤਮ ਨਹੀਂ ਹੋਣਾ। ਕਿਉਂ? ਸਾਡਾ ਇਤਿਹਾਸ ਗਵਾਹ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਇਹਨਾਂ ਦੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਸਾਰੀ ਜ਼ਿੰਦਗੀ ਜ਼ਹਿਰ ਹੀ ਘੋਲਿਆ। ਮਨ ਵਿੱਚ ਇਹੀ ਖਿਆਲ ਆਇਆ ਕਿ ਜੇ ਮੈਂ ਗੁਰੂ ਰਾਮਦਾਸ ਪਿਤਾ ਦੇ ਕੋਲੋਂ ਦੂਰ ਹੋਇਆ ਤੇ ਗੱਦੀ ਜਿਹੜੀ ਹੈ ਕਿਸੇ ਹੋਰ ਨੂੰ ਮਿਲ ਜਾਣੀ ਹੈ। ਮੇਰੇ ਤੋਂ ਵਧੀਆ ਕੋਈ ਕਾਰਜਕਾਲ ਨਹੀਂ।
ਸਾਰੇ ਕੰਮ ਮੈਂ ਹੀ ਵਧੀਆ ਕਰਦਾ, ਸਾਰੀ ਜ਼ਿੰਦਗੀ ਇਹੋ ਹੀ ਜ਼ਹਿਰ ਘੁਲਦਾ ਰਿਹਾ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਅੰਤ ਹੋਇਆ ਕੀ? ਖੁਆਰ ਹੀ ਹੋਇਆ। ਸਾਰੀ ਜ਼ਿੰਦਗੀ ਖੁਆਰ ਹੋ ਕੇ ਪ੍ਰਿਥੀ ਚੰਦ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਅੰਤ ਵੀ ਚਲਾ ਗਿਆ। ਅੱਜ ਲੋਕ ਵੀ ਉਹਨੂੰ ਧਰਕਾਰਾਂ ਹੀ ਪਾਉਂਦੇ ਨੇ ਕਿ ਗੁਰੂ ਪੁੱਤਰ ਸੀ, ਤੇ ਫਿਰ ਵੀ ਮਨ ਦੇ ਅੰਦਰ ਕੀ ਹੋਇਆ? ਸਿਮਰਨ ਟੁੱਟ ਗਿਆ। ਗੁਰੂ ਰਾਮਦਾਸ ਸਰੋਵਰ ਦੀ ਸੇਵਾ ਪ੍ਰਿਥੀ ਚੰਦ ਨੇ ਵੀ ਉਨੀ ਕੀਤੀ ਹੈ, ਉਨਾ ਹੀ ਕੰਮ ਕੀਤਾ ਹੈ ਉੱਥੇ ਬੈਠ ਕੇ, ਪਰ ਮਨ ਦੇ ਅੰਦਰ ਹੰਕਾਰ ਹੈ। ਸੇਵਾ ਕਰਨ ਦਾ ਤਰੀਕਾ ਵੀ ਅਲੱਗ-ਅਲੱਗ ਹੈ ਨਾ। ਇੱਕ ਪਾਸੇ ਨਿਰਸਵਾਰਥ, ਕੋਈ ਸਵਾਰਥ ਨਹੀਂ, ਗੁਰੂ ਦੇ ਕੋਲੋਂ ਕੋਈ ਨਹੀਂ ਪਾਤਸ਼ਾਹ, ਇਹ ਮੇਰਾ ਫਰਜ਼ ਹੈ। ਤੁਸੀਂ ਸਾਰੇ ਬੈਠੇ ਜੇ ਨਾ, ਕਈ ਸਮਝਦੇ ਇਹ ਮੇਰਾ ਫਰਜ਼ ਹੈ, ਮੈਂ ਗੁਰਬਾਣੀ ਦੀ ਵਿਚਾਰ ਸੁਣਨੀ ਹੈ, ਮੈਂ ਗੁਰਬਾਣੀ ਦਾ ਕੀਰਤਨ ਸੁਣਨਾ, ਮੈਂ ਗੁਰਬਾਣੀ ਦਾ ਪਾਠ ਪੜ੍ਹਨਾ। ਤੇ ਕਈਆਂ ਦੇ ਮਨ ਵਿੱਚ ਹੁੰਦਾ ਕਿ ਮੈਂ ਗੁਰਬਾਣੀ ਦਾ ਪਾਠ ਪੜ੍ਹ ਕੇ ਤੇ ਫਿਰ ਅਰਦਾਸ ਕਰਨੀ, ਮੈਨੂੰ ਆਹ ਮਿਲ ਜਾਵੇ। ਇੱਕ ਸਵਾਰਥ, ਇੱਕ ਨਿਰਸਵਾਰਥ। ਇੱਕ ਸਵਾਰਥ ਵਾਸਤੇ ਕਰ ਰਿਹਾ ਕਿ ਮੈਂ ਸਿਮਰਨ ਸੁਣਨ ਵਾਸਤੇ ਆਇਆ, ਇਹ ਸਿਮਰਨ ਸੁਣ ਕੇ ਮੇਰੇ ਕਾਰੋਬਾਰ ਵਿੱਚ ਤਰੱਕੀ ਹੋ ਜਾਵੇਗੀ, ਸ਼ਾਇਦ ਮੈਨੂੰ ਮੁਕਤੀ ਮਿਲ ਜਾਵੇ। ਇੱਕ ਨਿਰਸਵਾਰਥ, ਕੋਈ ਸਵਾਰਥ ਨਹੀਂ, ਇਹ ਮੇਰਾ ਫਰਜ਼ ਹੈ, ਇਹ ਗੁਰੂ ਦਾ ਹੁਕਮ ਹੈ ਤੇ ਮੈਂ ਗੁਰੂ ਦਾ ਹੁਕਮ ਪੁਗਾਉਣ ਵਾਸਤੇ ਆਇਆ। ਤੇ ਗੁਰੂ ਦੇ ਹੁਕਮ ਪੁਗਾਉਣ ਵਾਸਤੇ ਜਿਹੜਾ ਵਾ, ਕਿਉਂਕਿ ਗੁਰੂ ਦਾ ਹੁਕਮ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਗੁਰੂ ਨੇ ਪਿਆਰੇ ਆਖਿਆ, ਆਓ ਮੇਰੇ ਪਿਆਰੇ ਸਿੱਖੋ ਆਓ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਐ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਇਹ ਹੈ ਬਾਣੀ। ਤੇ ਗੁਰੂ ਸਾਹਿਬ ਇਹ ਆਖ ਰਹੇ ਨੇ, ਤੇ ਜਿਨ੍ਹਾਂ ਨੇ ਤੇ ਇਹ ਸਰਵਣ ਕਰ ਰਿਹਾ, ਉਹ ਫਿਰ ਨਿਰਸਵਾਰਥ ਹੋ ਕੇ ਸੁਣਦੇ ਨੇ। ਉਹ ਕਹਿੰਦੇ ਸਾਡਾ ਫਰਜ਼ ਹੈ, ਗੁਰੂ ਨੇ ਸਭ ਕੁਝ ਦਿੱਤਾ, ਇਹ ਤਨ ਦਿੱਤਾ, ਇਹ ਸਵਾਸ ਦਿੱਤੇ ਤਨ ਨੂੰ ਚਲਾਉਣ ਵਾਸਤੇ, ਇਹ ਧਨ ਦਿੱਤਾ ਤੇ ਧਨ ਖਰਚਣ ਵਾਸਤੇ ਅਸੀਂ ਪੈਦਾ ਹੋਏ ਹਾਂ। ਇਹ ਸਭ ਕੁਝ ਪ੍ਰਮਾਤਮਾ ਨੇ ਦਿੱਤਾ। ਇਹ ਫਿਰ ਸੋਚਦਾ ਹੋਇਆ ਆਪਣੀ ਜ਼ਿੰਦਗੀ ਬਤੀਤ ਕਰਦਾ, ਤੇ ਫਿਰ ਆਉਂਦਾ ਉਹ ਆਪਣਾ ਫਰਜ਼ ਨਿਭਾਉਂਦਾ ਹੈ। ਹੁਣ ਇੱਥੇ ਸੇਵਾ ਦੋਨਾਂ ਨੇ ਕੀਤੀ ਹੈ। ਮਹਾਦੇਵ, ਬਾਬਾ ਮਹਾਦੇਵ ਜੀ ਉਪਰਾਮ ਹੋ ਗਏ, ਕਹਿੰਦੇ ਜ਼ਿੰਦਗੀ 'ਚ ਮੈਂ ਲੈਣਾ ਕਿ ਦੇਣਾ ਕੁਛ ਨਹੀਂ। ਗੁਰੂ ਅਰਜਨ ਪਾਤਸ਼ਾਹ ਜੀ ਤੇ ਬਾਬਾ ਪ੍ਰਿਥੀ ਚੰਦ ਦੀ ਸੇਵਾ ਕਰ ਰਹੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨਿਰਸਵਾਰਥ ਹੋ ਕੇ ਉਹਦੇ ਗੱਲ ਕਹਿੰਦੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ। ਕਹਿੰਦੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਤਸ਼ਾਹ ਤੇਰੇ ਦਰਸ਼ਨਾਂ ਤੋਂ ਬਗੈਰ। ਮੇਰਾ ਤੇ ਜੀ ਕਰਦਾ ਹੈ ਕਿ ਮੈਂ ਤੇਰੇ ਦਰਸ਼ਨ ਕਰਾਂ, ਕਿਉਂਕਿ ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮੈਨੂੰ ਮੇਲ ਕਰ ਲੈ, ਮੇਰੇ ਨਾਲ ਗਲਵੱਕੜੀ ਪਾ ਲੈ ਪਾਤਸ਼ਾਹ, ਤੇਰੇ ਵਿਛੋੜਾ ਮੈਥੋਂ ਸਹਿਆ ਨਹੀਂ ਜਾਂਦਾ, ਮੈਥੋਂ ਝੱਲਿਆ ਨਹੀਂ ਜਾਂਦਾ ਤੇਰਾ ਵਿਛੋੜਾ। ਤੇ ਇੱਕ ਪਾਸੇ ਪ੍ਰਿਥੀ ਚੰਦ ਹੈ, ਉਹ ਖੁਦਾਈ ਕਰਵਾਉਂਦਾ ਹੋਇਆ ਵੀ ਸਾਰੇ ਖਜ਼ਾਨੇ ਦਾ ਹਿਸਾਬ ਕਿਤਾਬ ਦੇਣ ਲੈਣ ਪ੍ਰਿਥੀ ਚੰਦ ਦੇ ਕੋਲੋਂ ਸੀ। ਉਹਨੂੰ ਇਹ ਸੀ ਕਿ ਮੇਰੇ ਤੋਂ ਬਗੈਰ ਕਰ ਹੀ ਕੋਈ ਨਹੀਂ ਸਕਦਾ। ਕਈ ਵਾਰ ਸਾਡੇ ਵਰਗੇ ਇੱਥੇ ਸੇਵਾ ਕਰਾਉਂਦੇ ਨੇ ਕਿ ਮੇਰੇ ਤੋਂ ਬਗੈਰ ਜਿਹੜੀ ਉਹ ਸੇਵਾ ਹੋ ਹੀ ਨਹੀਂ ਸਕਦੀ। ਮੈਂ ਸੰਗਤ ਨੂੰ ਆਖਾਂਗਾ ਐਨੂੰ ਤੁਰੋ ਤੇ ਸ਼ਾਇਦ ਤਾਂ ਹੀ ਸੇਵਾ ਚੱਲ ਰਹੀ ਹੈ, ਮੈਂ ਆਖਾਂਗਾ ਐਨੂੰ ਚੱਲ ਤਾਂ ਹੀ ਚੱਲ ਰਹੀ ਹੈ। ਕਈ ਵਾਰ ਇੱਥੇ ਨਾ ਬਾਣੀ ਪੜ੍ਹਦਿਆਂ ਸਮੂਹਿਕ ਰੂਪ ਵਿੱਚ ਬਾਣੀ ਪੜ੍ਹੀਏ ਤੇ ਕਈ ਮਨਾਂ ਦੇ ਵਿੱਚ ਇਹੀ ਭਰਮ ਪਾਲੀ ਫਿਰਦੇ ਨੇ ਕਿ ਮੇਰੇ ਤੋਂ ਬਗੈਰ ਕੋਈ ਬਾਣੀ ਪੜ੍ਹਾਈ ਨਹੀਂ ਸਕਦਾ, ਇਹਨਾਂ ਅੱਗੇ ਪਿੱਛੇ ਪੜ੍ਹ ਦੇਣੀ ਹੈ। ਇਹ ਮਨ ਦਾ ਭਰਮ ਹੈ। ਮਨ ਦੇ ਭਰਮ ਵਿੱਚ ਪਿਆ ਹੋਇਆ ਮਨੁੱਖ ਜਿਹੜਾ ਖੁਆਰ ਹੁੰਦਾ, ਜਿਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਹੈ। ਮੈਂ ਬਾਬਾ ਤਾਂ ਕਿਹਾ ਗੁਰੂ ਪੁੱਤਰ ਹੈ, ਸਤਿਕਾਰਯੋਗ ਹੈ। ਠੀਕ ਹੈ, ਉਹਨਾਂ ਨੇ ਗੁਰੂ ਘਰ ਦੇ ਨਾਲ ਧਰੋ ਕਮਾਇਆ। ਜਦੋਂ ਸਾਰੀ ਜ਼ਿੰਦਗੀ ਧਰੋ ਕਮਾਇਆ ਤੇ ਫਿਰ ਮਿਲਿਆ ਕੁਛ ਵੀ ਨਹੀਂ। ਮਿਲਿਆ ਕਿਹਨੂੰ? ਜਿਹਨੇ ਨਿਰਸਵਾਰਥ ਹੋ ਕੇ ਸੇਵਾ ਕੀਤੀ। ਉਹਦੀ ਝੋਲੀ ਵਿੱਚ ਕੀ ਦਾਤ ਪਈ? ਗੁਰਤਾ ਗੱਦੀ, ਪੰਜਵਾਂ ਸਰੂਪ ਕਰਕੇ ਬਿਠਾਇਆ ਗਿਆ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਲਿਓ, ਪਰਮਾਤਮਾ ਦੇ ਸਿਮਰਨ ਤੋਂ ਬਗੈਰ ਜਿਹੜਾ ਮਨੁੱਖ ਹੈ ਸੱਪ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਸਤਿਗੁਰੂ ਜੀ ਇਸ ਪੰਕਤੀ ਦੀ, ਇਸ ਪਦੇ ਦੀ ਅਗਲੀ ਪੰਕਤੀ ਅੰਦਰ ਬਖਸ਼ਿਸ਼ ਕਰਦੇ ਨੇ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਮਨੁੱਖ 9 ਖੰਡਾਂ ਦਾ ਰਾਜ ਕਰ ਲਵੇ।
ਸਾਰਾ ਧਨ ਇਕੱਠਾ ਕਰ ਲਵੇ, ਭਾਵ ਸਾਰੇ ਸੰਸਾਰ ਉੱਤੇ ਰਾਜ ਕਮਾਇਆ ਹੋਵੇ, ਪਰ ਜਿਸ ਦਿਨ ਅੰਤ ਸਮੇਂ ਜਾਣਾ ਨਾ, ਬਾਦਸ਼ਾਹ ਸਿਕੰਦਰ ਗਿਆ ਆਪਣੀ ਕਬਰ ਵਿੱਚੋਂ ਹੱਥ ਤਾਂ ਚੁੱਕ ਕੇ। ਜਦੋਂ ਪੁੱਛਿਆ ਨਾ ਕਿਉਂ ਕਬਰ ਚੋਂ ਹੱਥ ਬਾਹਰ ਕੱਢਣੇ, ਕਹਿੰਦਾ ਸੰਸਾਰ ਨੂੰ ਪਤਾ ਚੱਲ ਜਾਵੇ ਮੈਂ ਸਾਰੇ ਸੰਸਾਰ ਦਾ ਧਨ ਇਕੱਠਾ ਕੀਤਾ, ਚੱਲਿਆ ਮੈਂ ਖਾਲੀ ਹੱਥੀ ਹਾਂ। ਤੇ ਗੁਰੂ ਸਾਹਿਬ ਕਹਿੰਦੇ ਨੇ ਭਾਵੇਂ 9 ਖੰਡਾਂ ਦਾ ਰਾਜ ਕੀਤਾ ਹੋਵੇ ਨਾ, ਇੱਕ ਖੰਡ ਦਾ ਨਹੀਂ 9 ਖੰਡਾਂ ਦਾ, ਅੰਤ ਮਨੁੱਖ ਨੇ ਫਿਰ ਹਾਰ ਕੇ ਖਾਲੀ ਹੱਥ ਹੀ ਜਾਣਾ। ਤੇ ਅਖੀਰ ਉੱਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ। ਗੁਣਾਂ ਦਾ ਖਜ਼ਾਨਾ, ਗੁਣ ਨਿਧਾਨ, ਜਿਹੜਾ ਗੁਣਾਂ ਦਾ ਖਜ਼ਾਨਾ ਹੈ ਨਾ, ਭਾਵ ਪਰਮਾਤਮਾ, ਪਰਮਾਤਮਾ ਦਾ ਨਾਮ ਵਾਹਿਗੁਰੂ, ਗੁਣ ਤਿੰਨ ਹੀ ਗਾਏ, ਉਹ ਗਣ ਨੇ ਉਹੀ ਗਾਉਂਦੇ ਨੇ। ਇਹ ਗੁਣਾਂ ਦਾ ਖਜ਼ਾਨਾ ਜਿਹੜਾ ਨਾ, ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੇ ਗੁਣ ਨੇ ਪਰਮਾਤਮਾ ਦੇ, ਇਹ ਗੁਣ ਉਹੀ ਗਾ ਸਕਦਾ ਹੈ ਜਾ ਕੋ ਕਿਰਪਾ ਧਾਰੀ, ਜਿਹਦੇ ਉੱਤੇ ਉਹ ਕਿਰਪਾ ਕਰ ਦੇਵੇ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਇਹ ਭਾਈ ਫਿਰ ਜਿਹਨੇ ਉਹਦੀ ਕਿਰਪਾ ਸਦਕਾ ਗੁਣ ਗਾ ਲਏ ਨਾ, ਉਹ ਸੁਖੀ ਹੋ ਜਾਂਦਾ ਤੇ ਉਹਦਾ ਜਨਮ ਵੀ ਜਿਹੜਾ ਧਨ ਹੈ। ਲੋਕ ਕਹਿੰਦੇ ਆ ਨਾ ਇਹ ਧਨ ਹੈ, ਤੇ ਗੁਰੂ ਵੀ ਕਹਿੰਦਾ ਹੈ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਗੁਰੂ ਸਾਹਿਬ ਵੀ ਇਹ ਗੱਲ ਕਹਿੰਦੇ ਨੇ। ਤੇ ਇੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੀਰ ਉੱਤੇ ਮੋਹਰ ਲਾਉਂਦੇ ਨੇ ਕਿ ਸੋ ਸੁਖੀਆ ਧਨ ਉਸ ਜਨਮਾ, ਉਹਦਾ ਜਨਮ ਵੀ ਧਨ ਹੈ ਜਿਹਨੇ ਆਣ ਕੇ ਗੁਰੂ ਦੀ ਕਿਰਪਾ ਲੈ ਲਈ। ਤੇ ਉਹ ਜਿਹਨੇ ਗੁਰੂ ਦੀ ਕਿਰਪਾ ਲੈ ਲਈ, ਜਿਹੜਾ ਧਨ ਹੈ, ਜਿਹੜਾ ਸੁਖੀ ਹੈ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਮੈਂ ਉਹਦੇ ਤੋਂ ਬਲਿਹਾਰੀ ਜਾਨਾ। ਨਾਨਕ ਤਿਸ ਬਲਿਹਾਰੀ, ਮੈਂ ਉਹਨਾਂ ਤੋਂ ਬਲਿਹਾਰਨੇ ਜਾਨਾ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਹਾਸਲ ਕਰਕੇ ਸੁਖ ਪ੍ਰਾਪਤ ਕਰ ਲਿਆ ਹੈ, ਆਪਣੇ ਜਨਮ ਨੂੰ ਧਨ ਬਣਾ ਲਿਆ ਹੈ। ਗੁਰ ਸ਼ਬਦ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਕਿਰਪਾ ਕਰਨ ਅੱਜ ਦਾ ਇਹ ਪਾਵਨ ਬਚਨ ਜੋ ਬਖਸ਼ਿਸ਼ ਕੀਤਾ ਹੈ, ਸਾਡੀ ਝੋਲੀ ਵਿੱਚ ਦਾਤ ਪਾਈ ਹੈ, ਸਾਨੂੰ ਆਪਣੀ ਜ਼ਿੰਦਗੀ ਵਿੱਚ ਇਹ ਜਿਉਣ ਦੀ ਜਾਚ ਆ ਜਾਵੇ। ਅਸੀਂ ਇਹ ਜਿਉਣਾ ਹੈ, ਜਿਹੜਾ ਇਹ ਗੁਰ ਸ਼ਬਦ ਸਾਨੂੰ ਮਿਲਦਾ, ਅਸੀਂ ਇਹ ਜਿਉਣਾ। ਕੇਵਲ ਪੜ੍ਹਨਾ, ਪੜ੍ਹ ਕੇ ਸੁਣਨਾ ਤੇ ਸੁਣ ਕੇ ਚਲੇ ਜਾਣਾ ਨਹੀਂ, ਇਹਨੂੰ ਜਿਉਣਾ ਹੈ। ਤੇ ਜਿਉਣ ਵਾਸਤੇ ਸਭ ਤੋਂ ਪਹਿਲਾਂ ਇਹਨੂੰ ਸਮਝਣਾ ਪਵੇਗਾ, ਜਿਸ ਤਰ੍ਹਾਂ ਅਸੀਂ ਗੁਰ ਸ਼ਬਦ ਵਿਚਾਰ ਰਾਹੀਂ ਸਰਵਣ ਕਰਦੇ ਹਾਂ। ਸੋ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਅੰਤ ਗੁਰਫਤਿਹ ਨਾਲ ਸਾਂਝ ਬਣਾਓ। ਸਾਰੀ ਸੰਗਤ ਬੜੇ ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।